दोस्तों स्टूडियो में आप सबका स्वागत। आज जो मेरे स्टार हैं बहुत ही स्पेशल हैं। जी हाँ, आज आपकी मैं मुलाकात करवाऊंगा पिंकी मोगे वाली। हाँ, ले चलता हूँ आपको सीधा मोगा। पिंकी जी, आपका स्टूडियो में बहुत बहुत स्वागत। हाँ जी वरुण जी, नमस्ते। तो सारे ਜਾਣਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਆਦਾਬ, अस्सलाम वालेकुम। की हाल चाल दोस्तों। ਤੇ ਅੱਜ फ्रेंड्स टीवी का बहुत बहुत मैं थैंक्स करती हूँ। और वरुण जी, इसके बाद आपको मोगा के साथ साथ हम चंडीगढ़ के सैर इंडिया में आप आ चुके हैं। ओके, अच्छा, सबसे पहले मैं ले जाता हूँ पुराने दिनों में कि आपकी शुरुआत हुई जलंधर दूरदर्शन से। बिल्कुल जी, बिल्कुल। ਤੁਹਾਡੀ ਸ਼ੁਰੂਆਤ ਦੂਰਦਰਸ਼ਨ ਤੋਂ ਹੋਈ। ਤੁਹਾਡੇ ਐਂਡ ਮੇਰੇ ਵਿੱਚ ਇਹ ਬੜੀ ਕਾਮਨ ਚੀਜ਼ ਹੈ ਕਿ ਮੇਰੀ ਵੀ ਦੂਰਦਰਸ਼ਨ ਤੋਂ ਹੋਈ ਹੈ। ਤੇ ਜਦ ਤੇ ਜਸਵੰਤ ਜੀ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਤੇ ਮੇਰੀ ਵੀ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਜੁੜੇ ਹੋਏ ਸੀਗੇ। ਤੇ ਇੱਕ ਚੀਜ਼ ਦੇ ਵਿੱਚ ਅਗਰ ਮੈਂ ਸ਼ੁਰੂਆਤੀ ਦਿਨਾਂ ਦੀ ਗੱਲ ਕਰਾਂ ਤੇ ਕੋਈ ਗੱਲ ਯਾਦ ਆਉਂਦੀ ਹੈ ਉਹ ਦਿਨਾਂ ਦੀ? ਮੈਨੂੰ ਇਹ ਲੱਗਦਾ ਵਰੁਣ, ਆਪਣੇ ਗੁਰੂ ਪਹਿਲਾਂ ਤਾਂ ਇੱਕੋ ਹੀ ਰਹੇ ਹੈ ਨਾ। ਉਹ ਫਿਰ ਕਹਿੰਦੇ ਹੁੰਦੇ ਨਾ, ਜਿਹੜੇ ਡਿਸਾਈਪਲ ਹੁੰਦੇ ਆ, ਚੇਲੇ, ਫਿਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਆ ਜਾਂਦਾ। ਵਰੁਣ ਨੇ ਮੇਨ ਟੋਟਲ ਸੈਟਅਪ ਲਗਾ ਲਿਆ, ਜਿਹੜਾ ਚੈਨਲ ਬਣਾ ਲਿਆ। ਅਸੀਂ ਆਰਟਿਸਟ ਬਣ ਗਏ, ਹੁਣ ਸਾਨੂੰ ਵਰੁਣ ਤੋਂ ਕੰਮ ਲੈਣਾ ਪੈਂਦਾ। ਸ਼ੁਰੂਆਤੀ ਦੌਰ ਦੇ ਵਿੱਚ ਵਰੁਣ ਆਪਾਂ ਗੱਲ ਕਰ ਸਕਦੇ ਹਾਂ ਕਿ ਰੀਲੀ ਮੈਨੂੰ ਦੀਪ ਸਭ ਦੀ ਗੱਲ ਨਹੀਂ ਭੁੱਲੀ। ਜਦ ਮੇਰਾ ਫਰਸਟ ਸ਼ੂਟ ਸੀਗਾ ਤਾਂ ਆਈ ਗੋਟ ਸਮਵਟ ਨਰਵਸ। ਹੈ ਨਾ, ਬੰਦੇ ਨੂੰ ਹੁੰਦਾ ਹੀ ਹੈ ਕਿ ਤੁਸੀਂ ਫਰਸਟ ਕੈਮਰਾ ਮਤਲਬ ਫੇਸ ਕਰਨਾ। ਮੈਂ ਅੱਗੇ ਵੀ ਇੰਟਰਵਿਊ 'ਚ ਇਹ ਗੱਲ ਕਹੀ ਹੈ। ਤੇ ਉਹਦੇ ਵਿੱਚ ਮੈਨੂੰ ਫਿਰ ਦੀਪ ਸਾਹਿਬ ਮੈਨੂੰ ਕਹਿੰਦੇ ਤੂੰ ਸਮਝ ਲੈ ਕਿ ਤੇਰੀ ਸਾਡੇ ਸਾਰਿਆਂ ਦੀ ਕਿਸਮਤ ਤੇਰੇ ਹੱਥ 'ਚ ਹੈ। ਇਟਸ ਅਪ ਟੂ ਯੂ ਕਿ ਤੂੰ ਉਹਨਾਂ ਨੂੰ ਬਚਾਉਣਾ ਚਾਹੇਂਗੀ ਜਾਂ ਮਤਲਬ ਐਜ਼ ਇਟ ਇਜ਼ ਹੀ ਰੱਖਣਾ ਚਾਹੇਂਗੀ। ਤੇ ਮੈਨੂੰ ਉਹ ਗੱਲ ਐਂ ਲੱਗੀ ਕਿ ਯਾਰ ਮੈਨੂੰ ਇਹ ਲੱਗਦਾ ਕਿ ਬੰਦੇ ਨੂੰ ਆਪਾਂ ਨਾ ਸੇਵ ਕਰਨਾ ਜਿੱਦਾਂ ਮਰਜ਼ੀ, ਹੈ ਨਾ। ਤੋ ਆਈ ਡਿਡ ਅ ਵੈਰੀ ਗੁੱਡ ਐਕਟ। ਐਂਡ ਜਿੱਥੇ ਸਾਡਾ ਸ਼ੂਟ ਚੱਲ ਰਿਹਾ ਸੀ ਤਾਂ ਐਵਰੀਵਨ ਪ੍ਰੇਜ਼ਸ ਮੀ, ਐਪਰੀਸ਼ੀਏਟਿੰਗ ਮੀ ਕਿ ਯੂ ਕੇਮ ਫਰਮ ਬੰਬੇ ਐਂਡ ਆਲ। ਮੈਂ ਉਹਨਾਂ ਨੂੰ ਕਿਹਾ ਕਿ ਜਲੰਧਰ ਸ਼ੂਟ ਹੈ, ਕਿ ਆਈ ਐਮ ਅ ਮੋਗਾ। ਬਾਅਦ ਵਿੱਚ ਆਈ ਟੱਚਵੁੱਡ ਬਾਈ ਗॉड्स ग्रेस आई बिकम अ मोगा स्टार कि आई बिलोंग टू मोगा ओनली। पर ਮੈਨੂੰ ਉਸ ਦਿਨ ਬਹੁਤ ਅੱਛੀ ਗੱਲ ਲੱਗੀ ਕਿਉਂਕਿ ਕਈ ਵਾਰ ਮਤਲਬ ਜਿਹੜਾ ਜੌਹਰੀ ਹੁੰਦਾ ਨਾ, ਉਹਨੂੰ ਪਤਾ ਹੁੰਦਾ ਕੋਲਾ ਨਹੀਂ ਇਹ ਹੀਰਾ ਹੈ। ਉਹ ਇਸ ਤਰੀਕੇ ਨਾਲ ਤਰਾਸ਼ਦਾ, ਉਹ ਰੀਲੀ ਆਟੋਮੈਟਿਕਲੀ ਸ਼ਾਈਨ ਕਰਨ ਲੱਗ ਜਾਂਦਾ ਹੈ ਨਾ। ਕੈਰਟਸ ਅਲੱਗ-ਅਲੱਗ ਉਹਦੀ ਮਤਲਬ ਇੱਕ ਐਫੀਸ਼ੀਐਂਸੀ ਬਣ ਜਾਂਦੀ ਹੈ ਹਰੇਕ ਚੀਜ਼ ਦੀ। ਤੇ ਮੈਨੂੰ ਵੀ ਦੀਪ ਸਾਹਿਬ ਨੇ ਉਸ ਟਾਈਮ ਮੈਨੂੰ ਇੱਕ ਐਫੀਸ਼ੀਐਂਟ ਬਣਾਇਆ ਕਿ ਮਤਲਬ ਯੂ ਰੀਲੀ ਡਿਜ਼ਰਵ ਪਿੰਕੀ। ਹੁਣ ਆਪਣੇ ਤੇ ਹੈ ਕਿ ਤੂੰ ਉਹ ਡਿਜ਼ਰਵੇਸ਼ਨ ਨੂੰ ਕਿੱਦਾਂ ਕਰਦਾ ਹੈ। ਪਿੰਕੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਂਗਾ ਇੱਕ ਸ਼ੇਅਰ ਹੋ ਜਾਏ, ਉਸ ਤੋਂ ਬਾਅਦ ਅਗਲਾ ਕੁਐਸਚਨ। बिल्कुल जी बिल्कुल। ते सारे दोस्तों के नाम कहना, ना कर तमन्ना तो किसी को पाने की, ना कर तमन्ना तो किसी को पाने की, बड़ी बेदर्द निगाहें इस जमाने की। ए दोस्त खुद को बना काबिल इस कदर, हर किसी को रहे तमन्ना सिर्फ तुम्हें पाने की, सिर्फ पिंकी को पाने की। हो क्या बात है, क्या बात है। एंड सिर्फ वरुण को पाने की मैं ऐड ऑन कर देना। अच्छा ਪਿੰਕੀ ਜੀ, ਇੱਕ ਚੀਜ਼ ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸਿੰਗਿੰਗ ਲਾਈਨ ਦੇ ਵਿੱਚੋਂ, ਸਿੰਗਿੰਗ ਲਾਈਨ ਤੋਂ ਇਲਾਵਾ ਕਿਹੜਾ ਤੁਹਾਡਾ ਪ੍ਰੋਫੈਸ਼ਨ ਐਜ਼ ਅ ਐਡਵੋਕੇਟ ਵੀ ਹੈ? ਤੇ ਐਡਵੋਕੇਟ ਇੱਕ ਟੋਟਲ ਡਿਫਰੈਂਟ ਵੇ, ਸਿੰਗਿੰਗ ਇੱਕ ਡਿਫਰੈਂਟ ਵੇ, ਕਿੱਦਾਂ ਮੈਚਿੰਗ ਕਿੱਦਾਂ ਕਰਦੇ ਹੋ, ਟਾਈਮ ਕਿੱਦਾਂ ਕਰਦੇ ਹੋ ਸਾਰੀ ਚੀਜ਼ਾਂ ਦੀ? ਮੈਂ ਵਰੁਣ ਜੀ ਦੱਸ ਰਹੀ ਹਾਂ ਕਿ ਪ੍ਰੋਫੈਸ਼ਨਲੀ ਆਈ ਬਿਕਮ ਐਜ਼ ਐਨ ਐਕਟਰੈਸ ਜਲੰਧਰ ਦੂਰਦਰਸ਼ਨ ਤੇ ਐਜ਼ ਐਨ ਆਰਟਿਸਟ ਸ਼ੁਰੂਆਤ ਹੋਈ। ਬੇਸਿਕਲੀ ਮੈਂ ਐਜ਼ ਐਨ ਐਕਟਰੈਸ ਹਾਂ ਅੱਜ ਵੀ, ਤੇ ਸਿੰਗਿੰਗ ਨਾਲ ਐਜ਼ ਏ ਹੌਬੀ। ਮਤਲਬ ਦੂਰਦਰਸ਼ਨ ਤੋਂ ਹੀ ਰੀਤ ਸਾਹਿਬ ਦੇ ਹੀ ਮੈਂ ਉਦੋਂ ਨਾ ਮਾਨ ਸਾਹਿਬ ਦਾ, ਬਾਬੂ ਸਿੰਘ ਮਾਨ ਸਾਹਿਬ ਦਾ ਲਿਖਿਆ ਹੋਇਆ ਸੀ ਗਾਣਾ, ਮੈਂ ਸਾਰੀ ਰਾਤ ਕਰਤਿਆ ਕਰੂੰ। ਤੇ ਉਸ ਤੋਂ ਬਾਅਦ ਮੈਂ ਹੁਣ ਜਿਵੇਂ ਸਵੈਗ ਮਿਊਜ਼ਿਕ ਹੀ ਗਾ ਕੇ ਹੋ ਜਾਏ ਅੱਜ ਗਲਾ ਥੋੜਾ ਜਿਹਾ ਕੱਤਿਆ ਕਰੂੰ ਤੇਰਾ ਰੂੰ ਕਿ ਸਾਰੀ ਰਾਤ ਕੱਤਿਆ ਕਰੂੰ। ਬਿਲਕੁਲ ਤੁਸੀਂ ਇੰਟਰਨੈਟ ਵਾਲਾ ਪੀਸ ਦੇ ਸਕਦੇ ਹੋ। ਐਕਚੁਅਲੀ ਨਾ ਗਲਾ ਥੋੜਾ ਜਿਹਾ, ਤੁਹਾਨੂੰ ਪਤਾ ਹੀ ਹੈ ਮੌਸਮ ਐਸਾ ਚੱਲ ਰਿਹਾ ਹੈਗਾ, ਰੁੱਖਾ ਜਿਹਾ, ਹਨਾ। ਤੇ ਗਲਾ ਵੀ ਵਿਚਾਰਾ ਰੁੱਖਾ ਸੁੱਖਾ ਜਿਹਾ ਹੋਇਆ ਪਿਆ। ਤੇ ਕੱਲ ਨੂੰ ਐ ਨਾ ਵਿਚਾਰੇ ਮੇਰੇ ਸੁਣਨ ਵਾਲੇ ਚਹੇਤੇ ਕਹਿਣ ਕਿ ਪਿੰਕੀ ਜੀ ਨੂੰ ਕੀ ਹੋ ਗਿਆ। ਸ਼ਾਇਰੀ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੀ ਡੈਡ ਵਾਜ਼ ਲਾਇਰ ਤੇ ਉਹ ਹੀ ਐਕਸਪਾਇਰਡ ਇਨ 2014, ਹਨਾ। ਉਹਨਾਂ ਦਾ ਬੜਾ ਤਮੰਨਾ ਸੀ ਕਿ ਚਲੋ ਸ਼ੀ ਸ਼ੁਡ ਬੀ ਅ ਲਾਇਰ। ਤੇ ਮੈਂ ਐਮਬੀ ਕੀਤੀ ਹੋਈ ਸੀਗੀ ਕਿਉਂਕਿ ਆਈ ਐਮ ਅੰਡਰ ਗ੍ਰੈਜੂਏਟ ਵੈਨ ਆਈ ਕੇਮ ਇਨ ਦਿਸ ਲਾਈਨ। ਦੀਪ ਸਭ ਨੂੰ ਪਤਾ ਹੈ, ਮੈਂ ਉਦੋਂ ਜਾਣ ਕੇ ਝੂਠ ਬੋਲਿਆ ਸੀ। ਅੱਜ ਮੈਂ ਇਸ ਗੱਲ ਐਡਮਿਟ ਕਰਦੀ ਹਾਂ ਕਿ ਆਈ ਐਮ 18, ਮੈਂ ਬਿਲੋ 18 ਇਸ ਇੰਡਸਟਰੀ 'ਚ ਆਈ ਸੀ। ਮੈਨੂੰ ਐਂ ਲੱਗਦਾ ਹੁੰਦਾ ਸੀਗਾ ਕਿ ਸ਼ਾਇਦ 18 ਈਅਰਸ ਵੋਟ ਬਣਦੀ ਹੈ ਨਾ, ਤੇ ਸ਼ਾਇਦ ਮੈਨੂੰ ਦੂਰਦਰਸ਼ਨ ਤੋਂ ਨਾ ਕੱਢ ਦੇਣ। ਪਰ ਉਹ ਕਹਿੰਦੇ ਕਿ ਏਜ ਲਿਮਿਟ ਕੁਛ ਨਹੀਂ ਹੁੰਦੀ। ਤੇ ਬਟ ਉਸ ਤੋਂ ਬਾਅਦ ਫਿਰ ਮੈਂ ਪ੍ਰੋਫੈਸ਼ਨ ਨੂੰ ਛੱਡਿਆ ਨਹੀਂ। ਚਲੋ ਟੱਚਵੁੱਡ, ਇੱਕ ਆਰਟਿਸਟ ਬੌਰਨ ਹੀ ਆਰਟਿਸਟ ਹੁੰਦਾ, ਮੈਂ ਇਹ ਕਹਿੰਦੀ ਹੁੰਦੀ ਹਾਂ। ਚਾਹੇ ਤੁਸੀਂ ਅਦਾਕਾਰ
ਕਲਾਕਾਰ ਹੋ, ਚਾਹੇ ਤੁਸੀਂ ਸਿੰਗਰ ਹੋ, ਚਾਹੇ ਤੁਸੀਂ ਲੇਖਕ ਹੋ ਜਾਂ ਕੁਛ ਆ, ਇਹ ਨਾ ਇੱਕ ਸ਼ੁਰੂ ਚ ਅਦਾਇਗੀ ਹੁੰਦੀ ਹੈ। ਕਈ ਪਹਿਚਾਣ ਪਾਉਂਦੇ, ਕਈ ਨਹੀਂ ਪਹਿਚਾਣ ਪਾਉਂਦੇ। ਅਪਸ ਐਂਡ ਡਾਊਨ ਸਾਡੀ ਇੰਡਸਟਰੀ 'ਚ ਬਹੁਤ ਹੈ, ਇਟਸ ਅ ਟਰੂ ਫੈਕਟ। ਇਹ ਆਉਣ ਵਾਲੇ ਬੱਚਿਆਂ ਨੂੰ ਮੈਂ ਦੱਸਦੀ ਹਾਂ, ਪਰ ਤੁਸੀਂ ਡਟੇ ਰਹੋ ਮੈਦਾਨ ਦੇ ਵਿੱਚ ਤਾਂ ਇੱਕ ਦਿਨ ਤੁਸੀਂ ਫਤਿਹ ਜ਼ਰੂਰ ਕਰਦੇ ਹੋ। ਜਿਹੜੇ ਲੋਕ ਵਿਚਾਰੇ ਭੱਜ ਜਾਂਦੇ ਆ ਜਾਂ ਕੁਝ ਸਰਕਮਸਟੈਂਸਿਸ ਹੋ ਜਾਂਦੀਆਂ ਹਨਾ, ਤੇ ਜੇ ਤੁਸੀਂ ਡਟ ਕੇ ਸਾਹਮਣਾ ਕਰੋ ਤਾਂ ਡੈਫੀਨੇਟਲੀ ਲੰਬਾ ਨਹੀਂ ਚੱਲ ਪਾਉਂਦੇ। ਹਾਂਜੀ, ਉਹ ਲੰਬਾ ਨਹੀਂ ਚੱਲ ਪਾਉਂਦੇ। ਤੇ ਜਦੋਂ ਮੇਰੀ ਡੈਡ ਪਾਸਡ ਅਵੇ ਤੇ ਫਿਰ ਮੈਂ ਲਾਅ 'ਚ ਐਡਮਿਸ਼ਨ ਲਈ ਖਾਲਸਾ ਲਾਅ ਕਾਲਜ ਗੰਗਾਨਗਰ, ਤੇ ਮੈਨੂੰ ਪ੍ਰਿੰਸੀਪਲ ਕਹਿੰਦੇ ਕਿ ਸ਼ਾਇਦ ਇਹਨਾਂ ਦਾ ਕੋਈ ਪੀਆਰ ਦਾ ਕੇਸ ਕੁਛ ਹੋਊਗਾ ਕਿ ਰੈਗੂਲਰ ਇਹਨਾਂ ਨੇ ਰੈਗੂਲੈਰਿਟੀ ਸ਼ੋ ਕਰਨੀ ਹੋਏਗੀ, ਬਟ ਨਹੀਂ। ਫਿਰ ਮੈਨੂੰ ਦੱਸਿਆ ਕਿ ਮੇਰੀ ਡੈਡ ਪਾਸਡ ਅਵੇ, ਮੇਰੇ ਪਾਪਾ ਨੇ ਵੀ ਉੱਥੋਂ ਲਾਅ ਕੀਤਾ ਸੀ, ਫਿਰ ਮੈਂ ਉੱਥੋਂ ਆਪਣਾ ਲਾਅ ਕੀਤਾ। ਹੁਣ ਬਾਈ ਪ੍ਰੋਫੈਸ਼ਨ ਆਈ ਵਰਕ ਐਜ਼ ਐਨ ਐਕਟਰਸ। ਮੇਰੀ ਇੱਕ NGO ਵੀ ਚੱਲ ਰਹੀ ਹੈ, ਤੁਹਾਨੂੰ ਮੈਂ ਦੱਸਿਆ ਸੀ, ਪਿੰਕੀ ਸੋਚ ਬਦਲੋ, ਉਹਦੇ ਤੇ ਵੀ ਮੈਂ ਟਾਈਮ ਦੇ ਪਾ ਰਹੀ ਹਾਂ। ਹੁਣ ਅਸੀਂ ਕੁਛ ਆਰਗੇਨਾਈਜੇਸ਼ਨ ਦੇ ਬਿਹਾਫ ਤੇ ਕੁਛ ਅਸੀਂ ਇੰਪਲੋਇਮੈਂਟ ਜਨਰੇਟ ਕਰਨ ਲੱਗੇ ਹਾਂ, ਕੁਛ ਮਤਲਬ ਨਾ ਇੱਥੇ ਜਿਵੇਂ ਹੁੰਦਾ ਜੋ ਮਾਹੌਲ ਹੈ ਦੈਟਸ ਵੈਰੀ ਗੁੱਡ ਲੋਕਡਾਊਨ ਦੇ ਵਿੱਚ, ਕਿ ਕੁਛ ਨਾ ਕੁਛ ਅਸੀਂ ਕੁਛ ਐਦਾਂ ਦਾ ਕੰਮ ਕਰਨ ਲੱਗੇ ਕਿ ਜਿੰਨਾ ਇੰਪਲੋਇਮੈਂਟ ਵੀ ਜਨਰੇਟ ਹੋਵੇ। ਤੋ ਵੀ ਆਰ ਗੈਟਿੰਗ ਮਤਲਬ ਵਿਦ ਇਨ ਅ ਸ਼ਾਰਟ ਟਾਈਮ ਅੱਛੀ ਸਰਵਿਸਿਜ਼ ਲੈ ਕੇ ਆਉਣ ਲੱਗੇ ਆਨਲਾਈਨ ਹੀ। ਤੇ ਐਂਡ ਆਫਟਰ ਦੈਟ ਕਿ ਫਿਰ ਮੈਂ ਲਾਅ ਦੇ ਵਿੱਚ ਮਤਲਬ ਜੇ ਕੋਈ ਮੈਥੋਂ ਸੈਕਸ਼ਨਸ ਪੁੱਛਦਾ ਕੁਛ ਕਰਦਾ ਤੇ ਮੈਂ ਉਹਨੂੰ ਗਾਈਡ ਕਰ ਸਕਦੀ ਹਾਂ, ਪਰ ਸਟਿਲ ਆਈ ਐਮ ਨਾਟ ਗੋਇੰਗ ਟੂ ਕੋਰਟਸ ਐਂਡ ਆਲ ਦੋਸ ਥਿੰਗਸ, ਕਿਉਂਕਿ ਵਿੱਚੋਂ ਟਾਈਮ ਤੁਹਾਨੂੰ ਪਤਾ ਹੀ ਹੈ, ਫਿਰ ਮਤਲਬ ਸਾਰਾ ਬਿਜ਼ੀ ਪੈਕਅਪ ਹੋਗਾ। ਚਲੋ ਆਪਾਂ ਤੁਹਾਡੀ ਦੂਜੇ ਪਾਸੇ ਦੀ ਜਰਨੀ ਵੱਲ ਚੱਲਦੇ ਹਾਂ, ਸਿੰਗਿੰਗ ਦੀ, ਐਕਟਿੰਗ ਦੀ ਦੁਨੀਆ ਵੱਲ ਚੱਲਦੇ ਹਾਂ। ਤੇ ਉਹਦੇ ਵਿੱਚ ਇੱਕ ਪਿੰਕੀ ਸੰਧੂ ਦਾ ਨਾਮ ਪਿੰਕੀ ਮੋਗੇ ਵਾਲੀ ਕਿੱਦਾਂ ਪਿਆ? ਮਤਲਬ ਮੈਂ ਹੈਰਾਨ ਹੁੰਦੀ ਕਿ ਕੁਐਸਚਨ ਮੈਨੂੰ ਮੀਡੀਆ ਵਾਲਾ ਕਿਉਂ ਨਹੀਂ ਕੋਈ ਪੁੱਛਦਾ, ਸਾਰੇ ਪੁੱਛਦੇ ਆ ਮਤਲਬ। ਐਂਡ ਯੂ ਆਰ ਆਲਸੋ ਬੀਇੰਗ ਦੇयर ਜੀ। ਮੈਂ ਆਈ ਵਰੁਣ ਬੇਸਿਕਲੀ ਬਿਲੋਂਗ ਫਰੋਮ ਮੋਗਾ, ਤੇ ਤੁਹਾਨੂੰ ਪਤਾ ਹੀ ਹੈ ਇਫ ਯੂ ਗੈਟ 13 ਜਾਂ 14 ਇਅਰਸ ਬੈਕ, ਤੁਸੀਂ 12-13 ਸਾਲ ਪਿੱਛੇ ਜਾਓ, ਉਦੋਂ ਆਰਟਿਸਟ ਟਾਵਾਂ ਜਾਂ ਕੋਈ ਹੁੰਦਾ ਸੀਗਾ। ਤੋ ਪਹਿਲਾਂ ਜਦੋਂ ਮੇਰਾ ਨਾਮ ਰਜਿਸਟਰਡ ਹੋਇਆ ਮਤਲਬ ਦੂਰਦਰਸ਼ਨ ਪਿੰਕੀ ਸੰਧੂ ਦੇ ਨਾਮ ਤੇ ਹੋਇਆ, ਫਿਰ ਉਸ ਤੋਂ ਬਾਅਦ ਕਿ ਮੋਗੇ ਵਾਲੀ ਜਦ ਐਡ ਆਨ ਹੋਇਆ ਤਾਂ ਹੁਣ ਮੈਂ ਲੋਕਾਂ ਨੂੰ ਦੋਨੇ ਹੀ ਨਾਮ ਪ੍ਰੈਫਰ ਕਰ ਰਹੀ ਹੈ, ਪਿੰਕੀ ਸੰਧੂ ਐਸ ਪਿੰਕੀ ਮੋਗੇ ਵਾਲੀ। ਤਾਂ ਮਤਲਬ ਅੱਗੇ ਹੁਣ ਤੁਸੀਂ ਵਰੁਣ, ਤੁਹਾਡਾ ਕੋਈ ਵੀ ਏਰੀਆ ਹੈਗਾ ਜੀ ਵਰੁਣ, ਮਤਲਬ ਆਪਾਂ ਹੁਣ ਜਿਵੇਂ ਆਸਟ੍ਰੇਲੀਆ ਕਹਿ ਦਿੰਦੇ, ਐਵਰੀਵਨ ਨੋਸ ਫਰੈਂਡ ਸਟੇਟ ਇਜ਼ ਵਰੁਣ ਆਸਟ੍ਰੇਲੀਆ, ਤੇ ਉਹ ਮਤਲਬ ਉਹ ਨੇਮ ਇੰਨਾ ਕੁ ਪਪੂਲਰਾਈਜ਼ ਹੋ ਗਿਆ। ਟੱਚਵੁੱਡ, ਇੱਕ ਮੈਂ ਤੁਹਾਨੂੰ ਦਿਲ ਦੀ ਗੱਲ ਵੀ ਦੱਸਦੀ ਹਾਂ, ਆਈ ਆਲਵੇਜ਼ ਪ੍ਰੇ ਟੂ ਗੋਡ ਕਿ ਹੇ ਪ੍ਰਮਾਤਮਾ ਮੇਰਾ ਨਾਮ ਚਾਰੇ ਦਿਸ਼ਾਵਾਂ 'ਚ ਗੂੰਜੇ ਲਾ ਦੇ। ਐਂਡ ਕਈ ਵਾਰ ਅਲਮਾਈਟੀ ਤੋਂ ਤੁਸੀਂ ਕੋਈ ਚੀਜ਼ ਮੰਗਦੇ ਆ ਹਨਾ, ਤੇ ਉਹ ਵਰੁਣ ਪੂਰੀ ਵੀ ਹੋ ਜਾਂਦੀ ਹੈ, ਤੇ ਟੱਚਵੁੱਡ ਬਾਈ ਗੋਡ ਪਲੀਜ਼ ਉਹ ਚੀਜ਼ਾਂ ਅੱਗੇ ਦੀ ਅੱਗੇ ਆਉਂਦੀਆਂ ਰਹੀਆਂ। ਮੇਰੀ ਚਹੇਤਿਆਂ ਨੇ, ਦਰਸ਼ਕਾਂ ਨੇ, ਮੇਰੇ ਫੈਨਸ ਨੇ ਮੈਨੂੰ ਬਹੁਤ ਬੇਹਿਸਾਬਾ ਪਿਆਰ ਦਿੱਤਾ, ਉਹਦਾ ਮੈਂ ਧੰਨਵਾਦ ਕਰਦੀ ਹਾਂ। ਕੋਸ਼ਿਸ਼ ਵੀ ਕਰਦੀ ਹਾਂ ਕਿ ਉਹਨਾਂ ਦੀਆਂ ਗੱਲਾਂ ਤੇ ਖਰੇ ਉਤਰੀਏ, ਜਿਵੇਂ ਸ਼ਾਇਰੀ ਹੈ। ਅੱਜ ਕੱਲ੍ਹ ਹੁਣ ਮੈਂ ਬਲੌਗਿੰਗ 'ਤੇ ਆਪਣੇ ਕੁਛ ਟੌਪਿਕਸ ਵੀ ਪਾਉਣ ਲੱਗ ਗਈ ਹਾਂ, ਕੱਲ ਤੋਂ ਮੈਂ ਸਟਾਰਟ ਵੀ ਕੀਤੇ ਸੀ। ਜਿਵੇਂ ਜਿਹਨੂੰ ਤੁਸੀਂ ਕਿੰਨੀ ਵਾਰ ਵੀ ਸ਼ਾਇਰੀ ਦਾ ਨਾਮ ਲਓਗੇ ਨਾ, ਇੱਕ ਸ਼ੇਰ ਹੋ ਜਾਏ। ਬਿਲਕੁਲ ਸ਼ਾਇਰੀ ਦੇ ਹੁਣ ਮਤਲਬ ਇਹਨਾਂ ਨੂੰ ਮੈਂ ਬੂਸਟਿੰਗ એનર્ਜੀ ਵਾਲਾ ਕੁਛ ਸ਼ੇਰ ਸੁਣਾਵਾ। तो बूस्टिंग एनर्जी है, कहता गुजरी हुई जिंदगी कभी याद ना कर, गुजरी हुई जिंदगी कभी याद ना कर, गुजरी हुई जिंदगी कभी याद ना कर, जो तेरी तकदीर में उसकी फरियाद ना कर, जो होना है वो तो होकर ही रहना है, जो होना है वो तो होकर ही रहना है, इसलिए कल की खुशी में आज की शाम बर्बाद ना कर, आज का समय बर्बाद ना कर। क्या बात पिंकी जी, मीन्स छा गए, चौका छक्का इकट्ठा ही मारता। ਬਿਲਕੁਲ ਮੈਂ ਉਹੀ ਐਸ ਵਰੁਣ ਦੱਸ ਰਹੀ ਸੀ ਕਿ ਮੈਂ ਨਾ ਹੁਣ ਨਾਲ ਜਿਵੇਂ ਟਿਕਟੌਕ ਤੇ ਅੱਜ ਕੱਲ੍ਹ ਬੜੇ ਫੋਲੋਅਰਸ ਹੋ ਰਿਹਾ, ਬਟ ਮੈਨੂੰ ਇਹ ਲੱਗਦਾ ਕਿ ਇਟਸ ਅ ਗੁੱਡ ਪਲੇਟਫਾਰਮ। ਹਰੇਕ ਬੰਦਾ, ਤੁਹਾਨੂੰ ਪਤਾ ਟਿਕਟੌਕ ਨੇ ਆਰਟਿਸਟ ਤਾਂ ਬਣਾ ਹੀ ਦਿੱਤਾ ਹੈਗਾ, ਪਰ ਮੈਂ ਚਾਹੁੰਦੀ ਕਿ ਜਦ ਤੁਹਾਨੂੰ ਲੋਕ ਸੁਣਨ ਲੱਗ ਜਾਂਦੇ ਆ, ਵੈਨ ਯੂ ਬਿਕਮ ਅ ਇੰਸਪਾਇਰਰ ਆਫ ਸਮਥਿੰਗ, ਤਾਂ ਤੁਸੀਂ ਉਹਨਾਂ ਨੂੰ ਅੱਛੀਆਂ ਚੀਜ਼ਾਂ ਪਾਉਣੀਆਂ ਸਿਖਾਓ। ਕੱਲ ਮੈਂ ਪਾਈ ਸੀ, ਬੀ ਐਨ ਆਪਟਿਮਿਸਟ ਟੂ ਮੇਕ ਐਵਰੀਵਨ ਆਪਟਿਮਿਸਟਿਕ, ਹੈ ਨਾ। ਖੁਦ ਆਸ਼ਾਵਾਦੀ ਬਣੋ ਤਾਂ ਜੋ ਹਰੇਕ ਬੰਦਾ ਹੀ ਆਸ਼ਾਵਾਦੀ ਬਣਿਆ ਰਹੇ। ਉਹ ਇਟਸ ਆਲ ਡਿਪੈਂਡ ਅਪਨ ਦਾ এনवायरमेंट ਯੂ ਲਿਵ। ਮੈਂ ਇਹ ਕਹਿੰਦੀ ਕਿ ਜਦ ਇਨਸਾਨ ਇਕੱਲਾ ਹੁੰਦਾ, ਉਹ ਜ਼ਿਆਦਾ ਲੱਕੀ ਹੁੰਦਾ, ਬਿਕੋਜ਼ ਉਹਨੂੰ ਕੋਈ ਹਰਟ ਕਰਨ ਵਾਲਾ, ਉਹਨੂੰ ਕੋਈ ਗੁੰਮਰਾਹ ਕਰਨ ਵਾਲਾ, ਉਹਨੂੰ ਗਲਤ ਰਸਤੇ ਤੇ ਪਾਉਣ ਵਾਲਾ ਨਹੀਂ ਹੁੰਦਾ। ਜਿੰਨਾ ਤੁਸੀਂ ਵੱਡੇ ਸਰਕਲ ਜਾਂ ਗਰੁੱਪ 'ਚ ਰਹਿੰਦੇ ਹੋ, मतलब जैसे एक मेरा शेर भी है, कहता बीट साहस तो देती है, बीट साहस तो देती है पर पहचान छीन लेती है। अगर दोस्तों तुसी पहचान बनाउणी है तो तुहानूं कल्ले ही तुरना पैना, कल्ले ही मंजिलां ते पहुंचना पैना, कल्ले ही सफर नूं जितना पैना। इस करके जे तुसी कोई इंसान कल्ला जां लोनली रहिंदा, ਉਹਨੂੰ ਇਹ ਨਾ ਸੋਚੋ ਕਿ ਤੁਸੀਂ ਮਤਲਬ ਦੁਨੀਆ ਤੋਂ ਮਤਲਬ ਪੀਪਲ ਡੋਂਟ ਲਾਈਕ ਯੂ। ਮੈਨੂੰ ਲੱਗਦਾ ਹੈ ਕਿ ਪੀਪਲ ਮਤਲਬ ਜੋ ਨੇਚਰ ਹੈ, ਜੋ ਇਹ ਲਮਾਈਟੀ ਹੈ, ਉਹ ਤੁਹਾਡੇ ਤੋਂ ਬਹੁਤ ਕੁਝ ਅਲੱਗ ਕਰਾਉਣਾ ਚਾਹੁੰਦੇ, ਇਸ ਕਰਕੇ
ਉਹ ਬਹੁਤ ਤੁਸੀਂ ਦੇਖੋ ਹੈ ਨਾ ਵਰੁਣ, ਉਹ ਇਕੱਲਾ ਇਸ ਕਰਕੇ ਇਨਸਾਨ ਨੂੰ ਛੱਡਦੀ ਹੈਗੀ ਹੈ। ਤੇ ਆਈ ਰੀਅਲੀ ਫੀਲ ਵੈਰੀ ਗੁੱਡ ਕਿ ਮੈਨੂੰ ਇਹ ਹੁੰਦਾ ਕਿ ਮੈਨੂੰ ਕੁਛ ਟਾਈਮ ਇਕੱਲੇ ਪਲ ਮਿਲਣ, ਮੈਂ ਆਪਣੇ ਨਾਲ ਗੱਲਬਾਤ ਕਰਾਂ ਹੈ ਨਾ, ਕਿ ਮੈਂ ਆਪਣੇ ਆਪ ਨੂੰ ਟਾਈਮ ਦੇ ਸਕਾਂ। ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵਰੁਣ, ਕਿਉਂਕਿ ਮੈਂ 90% ਪਬਲਿਕ ਦੇਖੀ ਹੈ, ਉਹ ਜਿਵੇਂ ਸਰਕਲ ਆ ਰਿਹਾ ਨਾ ਬਹੁਤ ਪੁਰਾਣਾ ਦੁਨੀਆ ਦਾ, ਉੱਦਾਂ ਹੀ ਆਉਂਦੇ ਆ। ਕਈਆਂ ਨੂੰ ਤਾਂ ਇਹ ਨਹੀਂ ਪਤਾ ਕਿ ਤੁਸੀਂ ਦੁਨੀਆ ਦੇ ਕਰਨ ਕੀ ਆਏ ਹੋ। ਪੈਦਾ ਹੋਏ, ਚਲੋ ਮਤਲਬ ਛੋਟੇ ਜਿਹੇ ਬਚਪਨ ਪੂਰਾ ਹੋਇਆ, ਦੈਨ ਦੇ ਗੈਟ ਇਨ ਯੰਗ ਏਜ, ਦੈਨ ਦੇ ਗੋਟ ਮੈਰਿਡ, ਫਿਰ ਉਹਨਾਂ ਦੇ ਬੱਚੇ ਹੋਏ, ਫਿਰ 올ਡ ਐਂਡ ਡੈਥ, ਉਹਨਾਂ ਨੂੰ ਕਿਸੇ ਦਾ ਕੁਝ ਪਤਾ ਹੀ ਨਹੀਂ ਫॉर व्हाट ਪਰਪਸ ਦੇ ਕੇ, ਹਨਾ। ਮਤਲਬ ਹਰੇਕ ਬੰਦੇ ਮੈਂ ਤਾਂ ਪਿੰਕੀ ਜੀ ਇੱਕ ਗੱਲ ਕਵਾਂਗਾ ਕਿ ਆਈ ਮਸਟ ਹੈਵ ਟੂ ਸੇ ਦਿਸ ਕਿ ਇੱਕ ਪੋਜ਼ਿਟਿਵਿਟੀ ਦੀ ਬਹੁਤ ਅੱਛੀ, ਬਹੁਤ ਪਿਆਰੀ ਮਿਸਾਲ ਹੈ ਪਿੰਕੀ ਮੋਗੇ ਵਾਲੀ। ਬਿਕੋਜ਼ ਮੈਂ ਤੁਹਾਡੇ ਨਾਲ 2-3 ਦਿਨ ਕੱਢੇ, 2-3 ਦਿਨ ਦੇ ਵਿੱਚ ਚਾਹੇ ਤੂਫਾਨ ਸੀ, ਚਾਹੇ ਮੀਂਹ ਸੀ, ਚਾਹੇ ਇੱਧਰ ਸੀ, ਚਾਹੇ ਉੱਧਰ ਸੀ, you believe that, ਹਾਂ ਬਿਲਕੁਲ। ਲੇਕਿਨ I really appreciate your dedication। ਨਹੀਂ ਬਿਲਕੁਲ, ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਹਾਂਜੀ ਕਰਨਾ ਤਾਂ ਕਰਨਾ ਹੈ। ਬਿਲਕੁਲ। ਦੇਖੋ ਮੈਂ ਵਰੁਣ ਨੂੰ ਮੂਮੈਂਟਸ ਨਹੀਂ ਭੁੱਲਦੀ, ਹੁਣ ਬਹੁਤ ਜਲਦੀ ਆਪਾਂ ਰਿਲੀਜ਼ ਕਰਨ ਵਾਲੇ ਹਾਂ, ਡੇਟ ਹੋ ਗਿਆ ਆਪਣਾ, ਤੇ ਮਤਲਬ ਸਾਰੇ ਦੋਸਤੋ ਵਰੁਣ ਤਿਵਾੜੀ ਨੇ ਡਾਇਰੈਕਟ ਕੀਤਾ, ਬਟ ਸੀਰੀਅਸਲੀ ਤੁਸੀਂ ਵੀ ਮੈਨੂੰ ਬਹੁਤ ਸਪੋਰਟ ਕੀਤੀ, ਉਹ ਡੈਡੀਕੇਸ਼ਨ ਹੈ। ਦੇਖੋ ਆਪਾਂ ਮੀਂਹ ਦੇ ਵਿੱਚ ਵੀ ਆਪਾਂ ਸ਼ੂਟ ਕੀਤਾ, ਯੂ ਰਿਮੈਂਬਰ, ਨਹੀਂ ਤਾਂ ਮੈਂ ਬਿਮਾਰ ਵੀ ਹੋ ਸਕਦੀ ਸੀ, ਆਈ ਹੈਵ ਓਨਲੀ 1 day left to back to India, ਬਟ ਇੱਕ ਨਾ ਤੁਸੀਂ ਡੈਡੀਕੇਸ਼ਨ ਪੋਜ਼ਿਟਿਵਿਟੀ ਨਾਲ ਲੱਗ ਜਾਓ ਤਾਂ ਮੈਨੂੰ ਇਹ ਲੱਗਦਾ ਤੁਹਾਡੀ ਸਾਰੀ ਕਾਇਨਾਤ ਤੁਹਾਡੇ ਨਾਲ ਲੱਗ ਜਾਂਦੀ ਹੈ ਕੁਝ ਵੀ ਕੰਮ ਕਰਾਉਣ ਦੇ ਵਿੱਚ, ਨਾ। ਇਹੀ ਮੈਂ ਚੀਜ਼, ਤੁਸੀਂ ਤਾਂ ਚਲੋ ਟੱਚਵੁੱਡ ਤੁਸੀਂ ਤਾਂ ਐਕਸਪੀਰੀਅੰਸ ਕੀਤਾ ਮੇਰੇ ਨਾਲ ਰਹਿ ਕੇ, ਇਹੀ ਮੈਂ ਸਭ ਲੋਕਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਫੁੱਲ ਡੈਡੀਕੇਸ਼ਨ ਚੱਲ ਪੋ। ਬਸ ਜਦੋਂ ਮੈਂ ਕਹਿੰਦੀ ਘਰੋਂ ਜਦੋਂ ਤੁਸੀਂ ਕਦਮ ਪੱਟਦੇ ਨਾ, ਆਟੋਮੈਟਿਕਲੀ ਤੁਸੀਂ ਕਿਤੇ ਨਾ ਕਿਤੇ ਮੰਜ਼ਿਲ ਤੇ ਪਹੁੰਚ ਜਾਓਗੇ। ਜੇ ਇਨਸਾਨ ਕਹਿੰਦਾ ਮੈਂ ਘਰੇ ਬੈਠਾ ਰਵਾਂ ਜਾਂ ਇੱਥੇ ਮੈਨੂੰ ਬੈਠਿਆਂ ਸਭ ਕੁਝ ਮਿਲ ਜਾਊ, ਇਟਸ ਨਾਟ ਪੋਸੀਬਲ ਗਾਇਸ, ਕਿਉਂਕਿ ਜਦ ਵੀ ਜਿਹਨੇ ਇਤਿਹਾਸ ਲਿਖਿਆ ਗੋਲਡਨ ਪੰਨਿਆਂ ਤੇ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਹਿੰਦੇ ਜੋ मतलब जो पानी से नहाते हैं वो सिर्फ लिबास बदलते हैं। शेर है कहना, जो पानी से नहाते हैं वो लिबास बदलते हैं, जो पसीने से नहाते हैं वो इतिहास बदलते हैं, वो इतिहास बदलते हैं। क्या बात है, क्या बात है। बहुत 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 कहता मैं ਅੱਗੇ ਵੀ ਕਹਿੰਦਾ ਕਿ ਪੋਜ਼ਿਟਿਵ ਦੀ ਮਿਸਾਲ ਹੈ ਪਿੰਕੀ ਮੋਗੇ ਵਾਲੀ। ਤੇ ਇੱਕ ਚੀਜ਼ ਹੋਰ ਕਿ ਤੁਸੀਂ ਹੁਣ ਐਕਟਿੰਗ ਦੀ ਲਾਈਨ ਦੇ ਵਿੱਚ ਵੀ, ਫਿਲਮਾਂ ਦੇ ਵਿੱਚ ਵੀ, ਤੇ ਸਾਰੇ ਪਾਸੇ ਆ ਰਹੇ ਹੋ, ਹੁਣ ਕੋਈ ਆਉਣ ਵਾਲੇ ਪ੍ਰੋਜੈਕਟਸ ਬਾਰੇ ਤੁਸੀਂ ਦੱਸਣਾ ਚਾਹੋਗੇ? ਹਾਂਜੀ, ਮੇਰੀਆਂ ਹੁਣ ਅਸੀਂ ਨਾ, ਮੈਂ ਤੁਹਾਨੂੰ ਦੱਸਦੀ ਹਾਂ ਕਿ ਲੋਕਡਾਊਨ ਦੇ ਵਿੱਚ ਜਦੋਂ ਅਸੀਂ ਘਰੇ ਸੀਗੇ, ਹੁਣ ਤਾਂ ਲੋਕਡਾਊਨ ਮੋਸਟਲੀ ਖੁੱਲ ਗਿਆ ਹੈਗਾ, ਐਂਡ ਯੂ ਬਲੀਵ ਕਿ ਮੈਂ ਬਹੁਤ ਕੁਕਿੰਗ ਕੀਤੀ। ਮੈਨੂੰ ਕੁਕਿੰਗ ਪਸੰਦ ਨਹੀਂ ਵਰੁਣ, ਮੈਂ ਤੁਹਾਨੂੰ ਸੀਰੀਅਸਲੀ, ਬਟ ਆਈ ਸੀਰੀਅਸਲੀ ਡਿਡ ਅ ਲੋਟ ਆਫ ਕੁਕਿੰਗ। ਤੇ ਮੈਨੂੰ ਆਪਣੇ YouTube ਚੈਨਲ ਪਿੰਕੀ ਸੰਧੂ ਐਸ ਪਿੰਕੀ ਮੋਗੇ ਵਾਲੀ ਪਲੇਲਿਸਟ ਤੇ ਪਾਇਆ ਹੋਇਆ ਪਿੰਕੀ ਦੀ ਰਸੋਈ ਕਰਕੇ, ਡਿਫਰੈਂਟ ਰੈਸਿਪੀਜ਼। ਮੇਰੀ ਮਮ ਦਾ ਬਰਥਡੇ ਸੀ 10th of May, ਮਦਰਸ ਡੇ ਵਾਲੇ ਦਿਨ, ਮੈਂ ਘਰੇ ਕੇਕ ਬਣਾਇਆ ਲਾਜਵਾਬ, ਐਂਡ ਇਟ ਵਾਸ ਮਾਈ ਫਰਸਟ ਕੇਕ, ਹੈ ਨਾ। ਮੈਂ ਰੈਸਿਪੀ ਪੜ੍ਹ ਕੇ ਮੈਨੂੰ ਲੱਗਦਾ ਕੋਈ ਵੀ ਚੀਜ਼ ਇੰਪੋਸੀਬਲ ਨਹੀਂ। ਤੇ ਜਿਹੜੀ ਲੜਕੀ ਕੁਕਿੰਗ ਕਰਨਾ ਪਸੰਦ ਨਹੀਂ ਕਰਦੀ, ਮੈਂ ਬਹੁਤ ਕੁਕਿੰਗ ਕੀਤੀ। ਮੇਰੇ ਫਰੈਂਡਸ ਡਾਕਟਰ ਹੈ, ਹੋਰ ਹੈ, ਉਹ ਮੈਨੂੰ ਕਹਿੰਦੇ ਜੀ ਤੁਸੀਂ ਡੇਲੀ ਕੁਛ ਨਾ ਕੁਛ ਪਾਉਂਦੇ ਰਹਿੰਦੇ ਹੋ, ਸਾਡੇ ਮੂੰਹ 'ਚ ਪਾਣੀ ਲਿਆਉਂਦੇ ਰਹਿੰਦੇ ਹੋ, ਹੈ ਨਾ। ਮੈਂ ਸਟੇਟਸ ਪਾਉਂਦੀ ਸੀ ਬਿਕੋਜ਼ ਆਈ ਮੇਕ ਮਾਈ ਸੈਲਫ ਬਿਜ਼ੀ, ਹੈ ਨਾ। ਕੁਛ ਲਿਖ ਲਿਆ, ਕੁਛ ਲੋਕਾਂ ਨੂੰ ਮੋਟੀਵੇਸ਼ਨ ਪਾਤੇ, ਇੰਟਰਵਿਊਜ਼ ਵਗੈਰਾ ਸੀ, ਇਹ ਸਭ ਕੁਝ ਘਰੇ ਬੈਠ ਕੇ ਮੈਂ ਸਾਰਾ ਮੈਨੇਜ ਕੀਤਾ। ਐਂਡ ਫਿਰ ਉਦੋਂ ਨਾ ਮੈਂ ਇੱਕ ਨਾ ਲੋਕਡਾਊਨ ਦੇ ਵਿੱਚ ਵੂਮਨ ਦੀ ਸਟੋਰੀ ਬਣਾਈ, मतलब माई कजन सपोर्टेड मी, ਤੇ ਮੈਂ ਔਰਤ ਇੱਕ ਸ਼ਾਰਟ ਮੂਵੀ ਬਣਾਈ ਖੁਦ ਹੀ ਆਪਣੇ ਕੈਮਰੇ ਨਾਲ, ਯੂ ਬਲੀਵ ਵਰੁਣ, ਖੁਦ ਹੀ ਸ਼ੂਟ ਕੀਤੀ, ਖੁਦ ਹੀ ਉਹਨੂੰ ਮੈਂ ਐਡਿਟ ਕੀਤਾ, ਖੁਦ ਹੀ ਉਹਦੇ ਪੋਸਟਰ ਬਣਾਏ, ਖੁਦ ਹੀ ਉਹਦੇ ਚ ਮਿਊਜ਼ਿਕ ਪਾਇਆ। मतलब it's all about that mobile, ਕਹਿੰਦੇ ਆ ਮਲਟੀ ਟੈਲੈਂਟਡ ਪਰਸਨ। ਯਾ ਮੈਨੂੰ ਇਹ ਲੱਗਿਆ ਉਹ ਸਿਰਫ ਇੱਕ ਔਰਤ ਤੇ ਲਾਈਫ ਸੀ, ਡਸ ਨਾਟ ਮੀਨ ਮੈਂ ਬਣਾਈ ਵੂਮਨ ਤੇ ਸੀ, ਬਟ ਉਹਦਾ ਥੀਮ ਅਸਲ ਵਿੱਚ ਨਿਕਲਿਆ ਵੈਲਿਊ ਦਾ ਟਾਈਮ, ਹੈ ਨਾ। ਮਤਲਬ ਮੈਂ ਉਹਦਾ ਲਿੰਕ ਵੀ ਸ਼ੇਅਰ ਕਰ ਦੂੰਗੀ, ਮੈਂ ਦੋਨੇ ਉਹਨੂੰ ਪ੍ਰੋਸਪੈਕਟਿਵਸ ਚ ਬਣਾਇਆ ਹੈਗਾ, ਇੰਗਲਿਸ਼ ਦੇ ਵਿੱਚ ਵਰਜ਼ਨ ਵੀ ਦਿੱਤਾ, ਉਹਦਾ ਹਿੰਦੀ ਵਰਜ਼ਨ ਵੀ ਦਿੱਤਾ। ਉਹਦੇ ਵਿੱਚ ਸ਼ਾਰਟ ਸਟੋਰੀ ਦੇ ਵਿੱਚ ਕਿ ਹਾਊ ਦਾ ਵੂਮਨ, ਮਤਲਬ ਮਾਰਨਿੰਗ ਉਹ ਜਦ ਉੱਠਦੀ ਹੈ ਨਾ, ਉਹ ਕੀ ਕੰਮ ਕਰਦੀ ਹੈ। ਇਟ ਮੀਨਸ ਦੈਟ ਵੂਮਨ ਇਜ਼ ਡਿਸਿਪਲਿਨਡ, ਠੀਕ ਹੈ। ਉਹ ਮੈਂ ਸਾਰਿਆਂ ਨੂੰ ਕਹਿੰਦੀ ਕਿ ਲਾਈਫ ਨੂੰ ਤੁਸੀਂ ਡਿਸਿਪਲਿਨ ਨਾਲ ਮੇਨਟੇਨ ਕਰ ਲਓ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ। ਕਿ ਸਵੇਰੇ ਉੱਠਣਾ, ਤੁਸੀਂ ਇੱਥੇ ਜਾਣਾ ਕਰਨਾ, ਉਹ ਕਿਤੇ ਨਾ ਕਿਤੇ ਵਿਚਾਰੀ ਆਪਾਂ ਫਿਰ ਲਾਸਟ ਤੇ ਕਹਿ ਦਿੰਦੇ ਯਾਰ ਔਰਤ ਨੇ किया क्या, है ना, और तुम काम क्या करती हो अगर वो घर पे बैठी है। पर औरत डिड वेरी वेल, मतलब ना वूमेन जब सवेरे उठती है, मैं सारा कुछ पाया पर मैं शेयर अप करूंगी, उठती है, न्यूज़पेपर पढ़ती है, फिर मतलब चाह बनाती है, फिर ब्लैसिंग्स लैंदी है गॉड्स तो, है ना, पूजा करती है, फिर नहाती है, फिर धोती है, फिर अपना रेडी होकर जॉब ते जाती है, फिर वापस आती है, फिर मतलब प्लांटेशन वगैरह पौधे ਨੂੰ ਪਾਣੀ ਪਾਉਂਦੀ ਹੈ, ਫਿਰ ਉਹ ਡਿਨਰ ਕਰਦੀ ਹੈ, ਫਿਰ ਉਹ ਲਾਸਟ ਨੂੰ ਟਾਈਮ ਕੀ ਮਿਲਦਾ ਜਦੋਂ ਆਪਣੇ ਬੈੱਡ ਤੇ ਬੈਠਦੇ ਆ, ਉਦੋਂ ਆਪਣੇ ਲਈ ਕੁਝ ਮੂਮੈਂਟਸ ਉਹਦੇ ਹੁੰਦੇ ਆ, ਉਹ ਕੁਝ ਵੀ ਕਰ ਲੇ, ਫਿਰ ਅਗੇਨ ਸ਼ੀ
ਗੈਟ ਬੈਕ ਟੂ ਦ ਡ੍ਰੀਮਸ ਐਂਡ ਫਿਰ ਅਗਲੀ ਮਾਰਨਿੰਗ ਹੋ ਜਾਂਦੀ ਹੈ। ਇੱਦਾਂ ਦੀ ਲਾਈਫ ਹਰੇਕ ਇਨਸਾਨ ਦੀ ਹੋਣੀ ਚਾਹੀਦੀ ਹੈ ਵਿਦ ਫੁੱਲ ਡਿਸਿਪਲਿਨ। ਜੋ ਤੁਸੀਂ ਆਪਣੀ ਲਾਈਫ ਨੂੰ, ਚਾਹੇ ਕੋਈ ਟੀਨੇਜ ਹੈ, ਚਾਹੇ ਕੋਈ ਬੈਚਲਰ ਹੈ, ਚਾਹੇ ਕੋਈ ਮੈਰਿਡ ਹੈ, ਚਾਹੇ ਕੋਈ ਵੀ ਇਨਸਾਨ 올ਡ ਏਜ ਹੈ, ਇਫ ਯੂ ਮੇਕ ਯੂਰ ਲਾਈਫ ਇਨ ਅ ਡਿਸਿਪਲਿਨ, ਸਟਾਰਟ ਵੈਲਿਊਇੰਗ ਦ ਟਾਈਮ, ਤੇ ਮੇਰੇ ਹਿਸਾਬ ਨਾਲ ਕੋਈ ਵੀ ਦੁਨੀਆ ਦੀ ਚੀਜ਼ ਮਤਲਬ ਐਸੀ ਨਾਮੁਮਕਿਨ ਨਹੀਂ ਹੋ ਸਕਦੀ ਕਿ ਜੋ ਤੁਸੀਂ ਨਾ ਕਰੋ। ਐਂਡ ਉਸ ਤੋਂ ਬੈਸਟ ਹੈ ਤੁਸੀਂ ਹੈਲਥ ਕੌਨਸ਼ੀਅਸ। ਮੈਂ ਅੱਜ ਵੀ ਫਰੈਂਡਸ ਨੂੰ ਪਾਇਆ, ਕਿਉਂਕਿ ਜਦੋਂ ਲੋਕਡਾਊਨ ਦੇ ਵਿੱਚ ਹਰੇਕ ਬੰਦੇ ਨੇ ਆਪਣਿਆਂ ਨਾਲ ਪਿਆਰ ਕਰਨਾ ਵੀ ਸਿੱਖਿਆ, ਠੀਕ ਹੈ, ਕਿ ਆਪਣਾਪਨ ਕੀ ਵਟ ਰੀਅਲ ਹੈ, ਕਿਉਂਕਿ ਨਹੀਂ ਤਾਂ ਹਰੇਕ ਬੰਦਾ ਫੋਨ ਤੇ ਲੱਗਿਆ ਰਹਿੰਦਾ। ਅੱਜ ਕੱਲ੍ਹ ਦਾ ਜੋ ਟਾਈਮ ਹੈ, ਐਵਰੀਵਨ ਇਜ਼ ਬਿਜ਼ੀ ਐਟ ਫੋਨ, ਉਹ ਆਪਣਿਆਂ ਨੂੰ ਟਾਈਮ ਦੇਣਾ ਸਿੱਖਿਆ। ਮਤਲਬ ਸਭ ਬੈਕ ਮੂਮੈਂਟਸ ਆ ਗਏ। ਵਰੋਂ ਸ਼ਾਇਦ ਤੁਸੀਂ ਵੀ ਕੀਤਾ ਹੋਵੇ ਕਿ ਪਹਿਲਾਂ ਆਪਾਂ ਜਿਵੇਂ ਪਲੇ ਕਾਰਡਸ ਖੇਡਦੇ ਸੀ, ਪਲੇਇੰਗ ਕਾਰਡਸ, ਹਨਾ, ਉਹ ਲੂਡੋ ਆ ਗਈ, ਕੈਰਮ ਬੋਰਡ ਹੋ ਗਿਆ, ਕੈਰਮ ਬੋਰਡ, ਯੂ ਰਿਮੈਂਬਰ, ਉਹ ਸਾਰਾ ਕੁਝ ਕੀਤਾ। ਫਿਰ ਉਹਦੇ ਨਾਲ ਆਪਾਂ ਇੱਕ ਦੂਜੇ ਨੂੰ ਟਾਈਮ ਵੀ ਦਿੱਤਾ। ਜਿਹੜੇ ਫੋਨ ਨੂੰ ਆਪਾਂ ਆਪਣੀ ਜ਼ਿੰਦ ਜਾਨ ਸਮਝਦੇ ਸੀ, ਉਹਦੇ ਤੋਂ ਆਪਾਂ ਬੋਰ ਹੋਣ ਲੱਗ ਗਏ, ਯੂ ਨੋ, ਕਿ ਮਤਲਬ ਯੂ ਕੈਨੋਟ ਬੀ ਆਲ ਦ ਟਾਈਮ ਐਟ ਫੋਨ। ਤੇ ਉਹ ਚੀਜ਼ਾਂ ਮੈਂ ਸਿਖਾਈਆਂ ਕਿ ਤੁਸੀਂ ਹਰੇਕ ਚੀਜ਼ ਦਾ ਟਾਈਮ ਰੱਖੋ, ਚਾਹੇ ਤੁਸੀਂ ਫੋਨ ਤੇ ਆਪਣਾ ਟਿਕਟੌਕ ਦੇਖਣਾ ਹੈ ਜਾਂ ਆਪਣੇ ਕੁਝ ਪ੍ਰੋਫਾਈਲਸ ਪਾਉਣੇ, ਯੂ ਹੈਵ ਦੈਟ ਬੇਸਿਕ ਟਾਈਮ। ਤੇ ਨਾਲ ਦੀ ਨਾਲ ਫਿਰ ਜਿਹੜਾ ਅਸੀਂ ਯੂ ਨੋ ਬੀਇੰਗ ਐਜ਼ ਅ ਬਿਊਟੀ ਕੁਈਨ ਹੈ ਨਾ, ਆਪਾਂ ਕਹਿ ਸਕਦੇ ਹਾਂ ਕੁੜੀਆਂ ਹੁੰਦੀਆਂ, ਉਹਨਾਂ ਨੇ ਘਰੀ ਸਾਰੀਆਂ ਥੈਰੇਪੀਜ਼ ਕੀਤੀਆਂ ਅਪਾਰਟ ਆਫ ਗੈਟਿੰਗ ਇਨ ਸਲੂਨਸ। ਮੈਂ ਤਾਂ ਅਜੇ ਵੀ ਕਹਿੰਦੀ ਹਾਂ ਕਿ ਪ੍ਰੀਕਾਸ਼ਨਸ ਲਓ। ਐਂਡ ਥਰਡ ਥਿੰਗ ਕਿ ਹੈਲਥ ਕੌਨਸ਼ੀਅਸ ਹੋ ਗਏ ਕਿ ਸਵੇਰੇ ਉੱਠਣਾ, ਮਾਰਨਿੰਗ ਦਾ ਟਾਈਮ ਤੇ ਬ੍ਰੇਕਫਾਸਟ ਕਰਨਾ, ਲੰਚ ਬ੍ਰੇਕ ਟਾਈਮ ਤੇ ਕਰਨਾ, ਡਿਨਰ ਕਰਨਾ, ਇਨ ਬਿਟਵੀਨ ਜੋ ਸਨੈਕ ਟਾਈਮ ਹੈ। ਮਤਲਬ ਤੁਸੀਂ ਦੇਖੋ, ਮੈਂ ਘਰੇ ਰਹਿ ਕੇ ਲੋਸਟ ਮਾਈ weight ਵਿਦਾਊਟ ਡੂਇੰਗ ਐਨੀ ਐਕਸਰਸਾਈਜ਼। ਮਤਲਬ ਕੀ ਹੈ ਕਿ ਤੁਸੀਂ ਜਦੋਂ ਟਾਈਮਿੰਗਸ ਦੀ ਡਿਵੀਜ਼ਨ ਕਰ ਲੈਂਦੇ ਹੋ, ਹਰੇਕ ਚੀਜ਼ ਟਾਈਮ ਤੇ ਕਰਨ ਲੱਗ ਜਾਂਦੇ ਹੋ, ਤੁਹਾਡਾ ਮਾਈਂਡ ਵੀ ਹੈਲਦੀ ਰਹਿੰਦਾ, ਪਲੱਸ ਤੁਹਾਡੀ ਬੋਡੀ ਵੀ ਹੈਲਦੀ ਰਹਿੰਦੀ। ਐਂਡ ਆਈ ਥਾਟ ਕਿ ਤੁਹਾਡੀ ਜਿਹੜੀ ਸੋਲ ਹੈ ਉਹਨੂੰ ਬੂਸਟ ਕਰਨਾ ਬਹੁਤ ਇੰਪੋਰਟੈਂਟ ਹੈ, ਜੋ ਤੁਹਾਡੀ ਆਤਮਾ ਹੈ, ਕਿਉਂਕਿ ਉਹੀ ਤੁਹਾਡੇ ਨਾਲ ਆਉਂਦੀ ਹੈ, ਉਹਨੇ ਹੀ ਵਾਪਸ ਜਾਣਾ ਤੁਹਾਡੇ ਨਾਲ। ਆਫਟਰ ਦੈਟ ਕੋਈ ਚੀਜ਼ਾਂ ਨੇ ਨਹੀਂ ਜਾਣਾ। ਇਟਸ ਆਲ ਅਬਾਊਟ ਯੂਜ਼ਲੈਸ ਥਿੰਗ। ਜਿੰਨੀਆਂ ਮਰਜ਼ੀ ਤੁਸੀਂ ਬਣਾ ਲਓ, ਉਸ ਨੂੰ ਬੂਸਟਅਪ ਕਿੱਦਾਂ ਕਰੋ? ਵਿਦ ਗੁੱਡ ਥਾਟਸ, ਪੋਜ਼ਿਟਿਵ ਵਾਈਬਸ ਨਾਲ ਆਤਮਾ ਬੂਸਟਅਪ ਹੋ ਸਕਦੀ ਹੈ, ਸੋਲ ਨੂੰ ਬੂਸਟ ਕਰ ਸਕਦੀ ਹੋ। ਦੂਸਰਾ, ਹੈਲਦੀ ਰਹਿ ਕੇ। ਮੈਂ ਕਹਿੰਦੀ ਹੁੰਦੀ ਹਾਂ ਕਿ ਇਫ ਆਈ ਐਮ ਬੀਇੰਗ ਐਜ਼ ਅ ਵੂਮਨ, ਮਾਈ ਹਸਬੈਂਡ ਇਜ਼ ਉਹ, ਮਾਈ ਬੋਡੀ ਇਜ਼ ਮਾਈ ਹਸਬੈਂਡ। ਉਹੀ ਤੁਹਾਡਾ ਲਾਈਫ ਪਾਰਟਨਰ ਹੈ, ਉਹਨੇ ਤੁਹਾਡੇ ਲਾਸਟ ਤੱਕ ਨਿਭਣਾ ਹੈਗਾ। ਨਨ ਅਦਰ ਇਜ਼ ਗੋਇੰਗ ਟੂ ਬੀ ਵਿਦ ਯੂ। ਸੋ ਉਹਨੂੰ ਹੈਲਦੀ ਰੱਖੋ। ਤੋ ਮਾਈ ਪਰਸਪੈਕਟਿਵ ਇਜ਼ ਕਿ 70 ਇਅਰਸ ਤੱਕ ਬੰਦਾ ਬੁੱਢਾ ਨਹੀਂ ਹੋ ਸਕਦਾ ਜੇ ਉਹ ਸੀਰੀਅਸਲੀ ਇਫ ਹੀ ਔਰ ਸ਼ੀ ਨੋਜ਼ ਹਾਊ ਟੂ ਲਿਵ, ਹਨਾ, ਖਾਣਾ ਪੀਣਾ ਸਾਰਾ। ਦੈਟਸ ਬਹੁਤ ਵਧੀਆ। ਇਹ ਤਾਂ ਕਿਹੜਾ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਜਾਂਦੇ ਜਾਂਦੇ ਮੈਸੇਜ ਦਿਓ, ਤੁਸੀਂ ਉਹਦੇ ਵਿੱਚ ਹੀ ਸਾਰਾ ਕੁਝ ਪਾਤਾ ਕਿ ਕੁਕਿੰਗ ਵੀ ਹੋਣੀ ਚਾਹੀਦੀ ਹੈ, ਮੇਕਅਪ ਵੀ ਹੋਣਾ ਚਾਹੀਦਾ ਹੈ, ਸਿਹਤ ਦਾ ਵੀ ਧਿਆਨ ਰੱਖੋ, weight ਵੀ ਲੂਜ਼ ਕਰੋ, ਐਂਡ ਦਿਸ ਇਜ਼ ਦ ਰਾਈਟ ਟਾਈਮ, ਫੈਮਿਲੀ ਨੂੰ ਵੀ ਦਵੋ, ਸਾਰਾ ਕੁਝ ਵਿੱਚ ਆ ਗਿਆ। ਤੇ ਜਾਂਦੇ ਜਾਂਦੇ ਮੈਂ ਇੱਕ ਗੱਲ ਹੋਰ ਕਹਾਂਗਾ, ਮੈਂ ਕਿੰਨੀ ਵਾਰ ਵੀ ਤੁਹਾਡੇ ਨਾਲ ਗੱਲਬਾਤ ਕਰਦਾ ਹਾਂ, ਤੁਹਾਡੇ ਨਾਲ ਇੰਟਰਵਿਊਜ਼ ਦੇ ਮਾਧਿਅਮ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਜਾਂ ਵਿਦਾ ਵੀ ਹੁੰਦੀਆਂ, ਤੁਸੀਂ ਇੱਕ ਪੋਜ਼ਿਟਿਵ ਦੀ ਬਹੁਤ ਵੱਡੀ ਐਗਜ਼ਾਮਪਲ ਹੋ। ਤੇ ਜਾਂਦੇ ਜਾਂਦੇ ਕੁਝ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਫਰੈਂਡਸ ਵਰਲਡ ਟੀਵੀ ਵਾਲਿਆਂ ਨੂੰ, ਸਾਰਿਆਂ ਨੂੰ, ਤੇ ਤੁਸੀਂ ਦੇ ਸਕਦੇ ਹੋ, ਤੇ ਨਾਲ ਦੀ ਨਾਲ ਜਾਂਦੇ ਜਾਂਦੇ ਸ਼ੇਅਰ ਵੀ ਹੋ ਜਾਵੇ। ਮੇਰਾ ਸ਼ੇਅਰ ਦੇ ਤਾਂ ਆਪਾਂ ਤੁਹਾਨੂੰ ਛੱਡਣਾ ਨਹੀਂ। ਮੈਂ ਸ਼ਾਇਰੀ ਤਾਂ ਜ਼ਰੂਰ ਕਰੂੰਗੀ, ਬਟ ਮੈਂ ਇੱਕ ਜਾਂਦੇ ਜਾਂਦੇ ਗਾਇਜ਼ ਨੂੰ ਮੈਸੇਜ ਇਹ ਦੇਣਾ ਚਾਹੂੰਗੀ। ਦੇਖੋ, ਵੀ ਜਸਟ ਕੇਮ ਔਨ ਦਿਸ ਪਲੈਨਟ ਅਰਥ, ਜਿਹੜਾ ਆਪਣਾ ਅਰਥ ਹੈ, ਉੱਥੇ ਆਪਾਂ ਸਿਰਫ ਇੱਕ ਮਹਿਮਾਨ ਬਣ ਕੇ ਆਏ। ਟਰਾਈ ਟੂ ਅੰਡਰਸਟੈਂਡ ਦਿਸ ਗਾਇਜ਼, ਕਿਉਂਕਿ ਜਦ ਆਪਾਂ ਕੋਈ ਮਕਾਨ ਕਿਰਾਏ ਤੇ ਲੈਂਦੇ ਹਾਂ ਨਾ, ਤਾਂ ਆਪਾਂ ਮਹਿਮਾਨ ਨਵਾਜ਼ੀ 'ਚ ਰਹਿੰਦੇ ਹਾਂ ਕਿ ਨਹੀਂ ਅਸੀਂ ਮਹਿਮਾਨ ਹੈ, ਕੱਲ੍ਹ ਨੂੰ ਮਕਾਨ ਮਾਲਕ ਕੋਈ ਹੋਰ ਹੈ। ਤਾਂ ਥਿੰਕ ਆਫ ਸੇਮ ਕਿ ਜਿਹੜੀ ਇਹ ਨੇਚਰ ਹੈ, ਇਹਨੂੰ ਪ੍ਰੋਟੈਕਟ ਕਰਨਾ ਸਿੱਖੋ, ਨੇਚਰ ਨਾਲ ਲਾਈਵਲੀ ਰਹਿਣਾ ਸਿੱਖੋ, ਬੀ ਨੈਚੁਰਲ ਆਲ ਦਾ ਟਾਈਮ। ਜੇ ਦੇਖੋ ਹੁਣ ਤੁਸੀਂ ਨੈਚੁਰਲ ਫਰੂਟਸ ਵੈਜੀਟੇਬਲਸ ਖਾਂਦੇ ਹੋ ਤਾਂ ਯੂ ਵਿਲ ਬਿਕਮ ਹੈਲਦੀ। ਸੇਮ ਫਿਰ ਤੁਹਾਡੀ ਮੈਡੀਕੇਸ਼ਨ ਸਾਰੀ ਖਤਮ ਹੋ ਜਾਂਦੀ ਹੈ। ਜਦੋਂ ਤੁਸੀਂ ਆਰਟੀਫਿਸ਼ੀਅਲ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹੋ, ਤੁਸੀਂ ਖੁਦ ਵੀ ਡਿਸਟਰਬ ਹੁੰਦੇ ਹੋ, ਅਗਲੇ ਨੂੰ ਵੀ ਡਿਸਟਰਬ ਕਰਦੇ ਹੋ। ਸੇਮ ਹੈਪਨਿੰਗ ਵਿਦ ਦਾ ਨੇਚਰ। ਹੁਣ ਤੁਸੀਂ ਦੇਖੋ ਡਿਊਰਿੰਗ ਲੋਕਡਾਊਨ ਪੋਲਿਊਸ਼ਨ ਦਾ ਲੈਵਲ ਕਿੰਨਾ ਜ਼ਿਆਦਾ ਮਤਲਬ ਉਹ ਖਤਮ ਹੀ ਹੋ ਗਿਆ, ਘਟ ਗਿਆ, ਲੋ ਹੋ ਗਿਆ, ਕਿ ਮਤਲਬ ਐਂਟੀ ਪੋਲਿਊਸ਼ਨ ਜਿਹਨੂੰ ਕਹਿ ਸਕਦੇ, ਕਿੰਨਾ ਜ਼ਿਆਦਾ ਰਾਈਜ਼ ਅਪ, ਕਿੰਨਾ ਸੋਹਣਾ ਮੌਸਮ ਲੱਗਦਾ। ਇਵਨ ਇਫ ਯੂ ਗੈਟ ਇਨ ਇੰਡੀਆ, ਜਿਹੜੀ ਓਵਰਸੀਜ਼ ਆਪਾਂ ਮਤਲਬ ਆਪਾਂ ਨੂੰ ਵਿਊਜ਼ ਮਿਲਦੇ ਸੀ, ਸੇਮ ਯੂ ਗੈਟਿੰਗ ਇਨ ਚੰਡੀਗੜ੍ਹ, ਪੰਜਾਬ ਐਂਡ ਐਵਰੀਵੇਅਰ, ਹੈ ਨਾ, ਸੇਮ ਸਕਾਈ ਹੋ ਗਿਆ। ਤਾਂ ਪਲੀਜ਼ ਸਟਾਰਟ ਲਵਿੰਗ ਨੇਚਰ, ਮੈਕਸਿਮਮ ਸਪੋਰਟ ਕਰੋ ਨੇਚਰ ਨੂੰ। ਇੱਕ ਆਪਣੀ ਬੋਡੀ ਦਾ ਧਿਆਨ ਰੱਖੋ। ਹੈਲਥ ਕੌਨਸ਼ੀਅਸ ਮੀਨਸ ਕਿ ਤੁਸੀਂ ਨੈਚੁਰਲ ਫੂਡ, ਮਤਲਬ ਜਿਹੜਾ ਨੈਚੁਰਲ ਫਰੂਟਸ ਵੈਜੀਟੇਬਲਸ ਵਗੈਰਾ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਕਰਦੇ ਸੀ ਉਵੇਂ ਕਰੋ। ਐਂਡ ਮੈਕਸਿਮਮ ਸਟਾਰਟ ਟੇਕਿੰਗ ਸਨਲਾਈਟ ਜ਼ਰੂਰ ਲੈਣੀ ਸਿੱਖੋ। ਈਵਨ ਕਿ ਇਫ ਆਈ ਸਟੀਵ ਜੌਬਸ ਦੇ ਤੁਸੀਂ ਇੱਕ ਇੰਟਰਵਿਊ ਦੇਖੀ ਹੋਗੀ, ਹੀ ਡਾਈਡ ਐਟ ਦ ਏਜ ਆਫ 58 ਪੈਨਕ੍ਰੀਟਿਕ ਕੈਂਸਰ ਨਾਲ, ਨਾ। ਉਹ ਕਹਿੰਦੇ ਕਿ ਮੈਂ ਸਾਰੀ ਉਮਰ ਦੌੜ 'ਚ ਰਿਹਾ ਪੈਸੇ ਕਮਾਉਣ ਦੀ, ਬਟ ਉਦੋਂ ਮੈਂ ਕੁਝ ਚੀਜ਼ਾਂ ਭੁੱਲ ਗਏ ਕਿ ਮੈਂ ਸਵੇਰੇ ਸਨਲਾਈਟ ਨਹੀਂ ਲੈ ਸਕਦਾ ਹੁੰਦਾ ਸੀਗਾ। ਉਸ ਤੋਂ ਬਾਅਦ ਉਹ ਸਨਲਾਈਟ ਨਹੀਂ ਲਈ ਤਾਂ ਉਹ ਮੈਡੀਕੇਸ਼ਨ ਤੇ ਆ ਗਿਆ। ਐਂਡ ਗਾਇਜ਼ ਕਿ ਤੁਸੀਂ ਆਪਣੀ ਮਤਲਬ ਖਾਣੇ ਨੂੰ ਮੈਡੀਸਿਨਸ ਦੀ ਤਰ੍ਹਾਂ ਖਾਓ, ਤਾਂ ਜੋ ਤੁਹਾਨੂੰ ਇਨ ਫਿਊਚਰ ਮੈਡੀਸਿਨਸ ਨਾ ਖਾਣੀਆਂ ਪੈਣ। ਮੀਲ ਹੈ, ਭੁੱਖ ਲੱਗੀ ਨਹੀਂ ਲੱਗੀ, ਤੁਹਾਨੂੰ ਪਤਾ ਕਿ 3 days ਅ ਮੀਲ ਜਾਂ 5 days ਅ ਮੀਲ, ਜੋ ਵੀ ਤੁਹਾਡਾ ਆਪਣਾ ਚਾਰਟ ਬਣਾਇਆ, ਉਹ ਤੁਸੀਂ ਐਜ਼ ਏ ਮੈਡੀਸਿਨ ਲੈਣੀ ਹੈ, ਤੇ ਤਾਂ ਜੋ ਤੁਹਾਨੂੰ ਜ਼ਿੰਦਗੀ 'ਚ ਮੈਡੀਸਿਨ ਦੀ ਜ਼ਰੂਰਤ
ਜ਼ਰੂਰਤ ਨਾ ਪਏ। ਤੇ ਜਾਂਦੇ ਜਾਂਦੇ ਮਤਲਬ ਆਪਾਂ ਇੱਕ ਸ਼ਾਇਰੀ ਹੋ ਜਾਏ ਜਿਹੜੀ ਮਤਲਬ ਅੱਛੀ ਜੀ ਸ਼ਾਇਰੀ ਮੈਂ सुनी मतलब रखी हुई है। हजारों सपने टूट कर चकनाचूर होने के बाद भी, कहता हजारों सपने टूट कर चकनाचूर होने के बाद भी एक नया सपना देखने की हौसले का नाम जिंदगी है। एक नया सपना देखने का हौसले का नाम जिंदगी है। सो ऑलवेज बी बूस्ट अप विद एनर्जी विद पॉजिटिव वाइब्स, क्योंकि मेरा एक मेन मोटिव यही कढ़िया होया निचोड़, वट यू थिंक इज वट यू आर। जो तुसी सोचदे हो तुसी होंदे हो। इट्स अप टू यू गाइज, हुण तुसी की सोचना चाहोगे कि उदां दी तुहाडी जिंदगी बने। सो मतलब अगर कोई गलबात तुहानूं अच्छी ना लगी हो तो मैं खिमा दी याद चकूंगी। सो इन्नी क हाज़री मेरी अज कबूल करो, फ्रेंड्स टीवी आ लियो। ते यू नो कि माई 3 मतलब जिहड़ी अपनी टैगलाइन हैगी है वरुण, आई होप कि ये जिंदगी बदल सकते हैं तुहाडी, दैट इज़ HKR। हमेशा खुश रहो, कामयाब रहो, आबाद रहो दोस्तों। मेरी लेटेस्ट वीडियोज़ एंड अपडेट देखने लई मैनूं फॉलो करो मेरे यूट्यूब चैनल पिंकी संधू पिंकी मोगल, ते नाल नाल फ्रेंड्स टीवी नूं मैक्सिमम सपोर्ट, लाइक एंड सबसक्राइब एंड शेयर करो। एंड थैंक यू वेरी मच टू वरुण तिवारी। थैंक यू जी, थैंक यू। बड़ा मज़ा आंदा तुहाडे नाल गल करके। ते दोस्तों अज आपां मुलाकात कीती पिंकी मोगेवाली दे नाल ते बड़ा ही मज़ा आया। पॉजिटिविटी दी एक बहुत ही मूरत कह सकते हैं। ते बहुत बहुत शुक्रिया। ते दोस्तों मिलते हैं अगले प्रोग्राम जिहदा नाम है स्टार्ट टॉक। थैंक यू। One stop answer to your Australian education and visa matters. Gemco Sydney. Dream big, achieve big.